ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੇਵ। ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮੁੱਚੀ ਮਾਨਵਤਾ ਨੂੰ ਪਾਵਨ ਤੇ ਪਵਿੱਤਰ ਉਪਦੇਸ਼ ਦਿੰਦੇ ਨੇ ਕਿ ਭਾਈ ਅਗਿਆਨਤਾ ਕਰਕੇ ਇਹ ਜੋ ਜੀਵ ਹੈ ਇਹ ਖੂਹ ਦਾ ਡੱਡੂ ਬਣਿਆ ਹੋਇਆ ਹੈ। ਗੁਰੂ ਦੇ ਗਿਆਨ ਦੀ ਕਮੀ ਕਰਕੇ ਤੇ ਇਸ ਅਗਿਆਨਤਾ ਕਰਕੇ ਇਹ ਇਸ ਤਰ੍ਹਾਂ ਦਾ ਜੀਵਨ ਜਿਉ ਰਿਹਾ ਆ ਕਿ ਭਾਈ ਜਿਵੇਂ ਇੱਕ ਖੂਹ ਦਾ ਡੱਡੂ ਹੁੰਦਾ ਹੈ ਜਿਸ ਨੂੰ ਬਾਹਰਲੀ ਦੁਨੀਆ ਦਾ ਕੁਝ ਪਤਾ ਹੀ ਨਹੀਂ ਜੇ ਹੁੰਦਾ। ਜਿਸ ਤਰ੍ਹਾਂ ਖੂਹ ਦੇ ਡੱਡੂ ਨੂੰ ਅਗਿਆਨਤਾ ਕਰਕੇ ਖੂਹ ਤੋਂ ਬਾਹਰ ਦੀ ਦੁਨੀਆ ਦਾ ਕੋਈ ਗਿਆਨ ਨਹੀਂ ਹੈ, ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਇਹ ਜੋ ਸੰਸਾਰਿਕ ਜੀਵ ਹੈ ਇਹ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਦੇ ਵਿੱਚ ਰਸਾਂ ਕਸਾਂ ਦੇ ਵਿੱਚ ਇਸ ਤਰ੍ਹਾਂ ਫਸਿਆ ਹੋਇਆ ਆ ਕਿ ਭਾਈ ਜਿਵੇਂ ਖੂਹ ਦਾ ਡੱਡੂ ਹੁੰਦਾ ਤੇ ਆਪਣੇ ਜੀਵਨ ਨੂੰ ਸਵਾਰਨ ਲਈ ਇਹ ਕੁਝ ਨਹੀਂ ਜੇ ਕਰਦਾ। ਇਹ ਸੰਸਾਰ ਵਿੱਚ ਆਉਣ ਦੇ ਅਸਲੀ ਮਨੋਰਥ ਨੂੰ ਭੁੱਲ ਗਿਆ ਹੈ। ਸੱਚ ਕੀ ਹੈ ਝੂਠ ਕੀ ਹੈ ਇਹ ਵੀ ਇਹ ਜਾਣਨਾ ਨਹੀਂ ਜੇ ਚਾਹੁੰਦਾ। ਇਹ ਜਿਸ ਛੋਟੀ ਜਿਹੀ ਦੁਨੀਆ ਦੇ ਵਿੱਚ ਰਹਿ ਰਿਹਾ ਹੈ, ਸਤਿਗੁਰੂ ਜੀ ਫਰਮਾਉਂਦੇ ਭਾਈ ਇਹ ਉਸੇ ਨੂੰ ਹੀ ਸਭ ਕੁਝ ਸਮਝਦਾ ਹੈ। ਇਸ ਨਾਸ਼ਵਾਨ ਸੰਸਾਰ ਨੂੰ ਇਹ ਸੱਚ ਸਮਝੀ ਬੈਠਾ ਹੈ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਖੂਹ ਦੇ ਡੱਡੂ ਦੀ ਉਦਾਹਰਨਾਂ ਦੇ ਕੇ ਸਮਝਾ ਰਹੇ ਨੇ ਕਿ ਭਾਈ ਅਸੀਂ ਖੂਹ ਦੇ ਡੱਡੂ ਬਣ ਕੇ ਨਹੀਂ ਜੇ ਰਹਿਣਾ, ਅਸੀਂ ਗੁਰੂ ਵਾਲੇ ਬਣਨਾ ਹੈ, ਅਸੀਂ ਗੁਰੂ ਦਾ ਗਿਆਨ ਪ੍ਰਾਪਤ ਕਰਨਾ ਹੈ। ਤੇ ਸਾਧ ਸੰਗਤ ਜੀ ਜਦੋਂ ਅਸੀਂ ਗੁਰੂ ਧਾਰਨ ਕਰਦੇ ਹਾਂ, ਜਦੋਂ ਅਸੀਂ ਗੁਰੂ ਵਾਲੇ ਬਣ ਜਾਂਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਕਿ ਭਾਈ ਗਿਆਨ ਦੀ ਜੋ ਦੁਨੀਆ ਆ ਬਹੁਤ ਵੱਡੀ ਹੈ। ਇਹ ਜੋ ਸੰਸਾਰ ਹੈ ਬ੍ਰਹਿਮੰਡ ਹੈ ਬਹੁਤ ਵੱਡਾ ਹੈ। ਫਿਰ ਸਾਨੂੰ ਜਾ ਕੇ ਪਤਾ ਲੱਗਦਾ ਕਿ ਭਾਈ ਜਿਵੇਂ ਸਾਇੰਸ ਨੇ ਅੱਜ ਕਿਹਾ ਹੈ ਕਿ ਭਾਈ ਧਰਤੀ ਇੱਕ ਨਹੀਂ ਹੋਰ ਵੀ ਬਹੁਤ ਨੇ, ਸੂਰਜ ਇੱਕ ਨਹੀਂ ਹੋਰ ਵੀ ਨੇ, ਚੰਦਰਮਾ ਇੱਕ ਨਹੀਂ ਹੋਰ ਵੀ ਨੇ। ਤੇ ਸਾਧ ਸੰਗਤ ਜੀ ਵਿਗਿਆਨ ਨੇ ਅੱਜ ਸਾਨੂੰ ਦੱਸਿਆ ਆ ਤੇ ਗੁਰਾਂ ਨੇ ਸਾਨੂੰ ਇੰਨੇ 100 ਸਾਲ ਪਹਿਲਾਂ ਦੱਸਿਆ ਕਿ ਭਾਈ ਇਹ ਜੋ ਪ੍ਰਮਾਤਮਾ ਦੀ ਦੁਨੀਆ ਹੈ ਬਹੁਤ ਵੱਡੀ ਹੈ। ਸੋ ਆਓ ਵਿਚਾਰਾ ਕਰਦੇ ਹਾਂ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਵੀ ਸਾਨੂੰ ਕੀ ਸਮਝਾ ਰਹੇ ਨੇ। ਕੂਪ ਭਰਿਓ ਜੈਸੇ ਦਾਦਰਾ ਕਛ ਦੇਸ ਬਦੇਸ ਨ ਬੂਝ, ਐਸੇ ਮੇਰਾ ਮਨ ਵਿਖਿਆ ਬਿਮੋਇਆ ਕਛਿਆਰਾ ਪਾਰ ਨ ਸੂਝ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਹੇ ਪ੍ਰਮਾਤਮਾ ਜੀ, ਜਿਵੇਂ ਖੂਹ ਦੇ ਵਿੱਚ ਡੱਡੂ ਪਿਆ ਹੁੰਦਾ ਨਾ, ਉਸ ਨੂੰ ਖੂਹ ਤੋਂ ਬਾਹਰਲੀ ਦੁਨੀਆ ਦਾ ਕੋਈ ਪਤਾ ਨਹੀਂ ਜਾਂਦਾ, ਕੋਈ ਖਬਰ ਨਹੀਂ ਜੀ ਹੁੰਦੀ, ਕਿਉਂਕਿ ਡੱਡੂ ਦਾ ਮਨ ਅਗਿਆਨਤਾ ਵਸ ਹੋ ਕੇ ਵਿਸ਼ੇ ਵਿਕਾਰਾਂ ਨਾਲ ਲਿਪਤ ਹੋਏ ਖੂਹ ਤੋਂ ਬਾਹਰਲੀ ਦੁਨੀਆ ਦੀ ਕੋਈ ਖਬਰ ਰੱਖਦਾ ਹੀ ਨਹੀਂ ਹੈ। ਇਸੇ ਪ੍ਰਕਾਰ ਦੀ ਜੋ ਹਾਲਤ ਹੈ ਉਸ ਜੀਵ ਦੀ ਹੈ। ਇਹ ਇਸ ਨਾਸ਼ਵਾਨ ਸੰਸਾਰ ਨੂੰ ਸੱਚ ਸਮਝੀ ਬੈਠਾ ਆ, ਜਿਸ ਦਾ ਮਨ ਅਗਿਆਨਤਾ ਵਸ ਹੋ ਕੇ ਭਰਮ ਰੂਪੀ ਖੂਹ ਦੇ ਵਿੱਚ ਫਸਿਆ ਹੋਇਆ ਆ, ਤੇ ਨਾ ਤਾਂ ਇਸ ਨੂੰ ਆਪਣਾ ਲੋਕ ਤੇ ਨਾ ਪਰਲੋਕ ਸਵਾਰਨ ਦੀ ਕੋਈ ਸੋਝੀ ਹੈ। ਬਸ ਇਹ ਉਸੇ ਤਰ੍ਹਾਂ ਸਾਧ ਸੰਗਤ ਜੀ ਸਵੇਰੇ ਉੱਠਦਾ ਹੈ, ਖਾਂਦਾ ਹੈ, ਪੀਂਦਾ ਹੈ, ਕੰਮ ਤੇ ਚਲਾ ਗਿਆ, ਰਾਤ ਨੂੰ ਸੋ ਗਿਆ। ਪਰ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਇਹ ਜੀਵਨ ਤਾਂ ਪਸ਼ੂ ਵੀ ਜੀ ਰਹੇ ਨੇ। ਅਸਲ ਦੇ ਵਿੱਚ ਅਸੀਂ ਕਰਨ ਕੀ ਆਏ ਆ? ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਅਸੀਂ ਜੀਵਨ ਲਿਆ ਹੈ ਸੱਚ ਦੇ ਮਾਰਗ ਤੇ ਚੱਲਣ ਵਾਸਤੇ। ਕਿਉਂਕਿ ਸਾਧ ਸੰਗਤ ਜੀ ਸਤਿਗੁਰਾਂ ਨੇ ਸਾਨੂੰ ਜੋ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਵਿੱਚ ਪਾਵਨ ਪਵਿੱਤਰ ਜੋ ਪ੍ਰਵਚਨ ਨੇ, ਉਪਦੇਸ਼ ਨੇ, ਉਹ ਬਖਸ਼ੇ ਨੇ। ਜੇਕਰ ਅਸੀਂ ਉਹਨਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਲੈਂਦੇ ਆ ਨਾ, ਸਾਡਾ ਵੀ ਜੋ ਜੀਵਨ ਹੈ ਉਹ ਸਫਲ ਹੋ ਜਾਂਦਾ ਹੈ। ਤੇ ਸਤਿਗੁਰਾਂ ਨੇ ਸਾਨੂੰ ਕੋਈ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਦੇ ਵਿੱਚ ਨਹੀਂ ਜੇ ਪਾਇਆ। ਉਹ ਤਾਂ ਬੜਾ ਸਿੱਧਾ ਸਾਦਾ ਰਸਤਾ ਦੱਸਦੇ ਨੇ, ਭਾਈ ਗੁਰੂ ਵਾਲੇ ਬਣੋ, ਗੁਰੂ ਦਾ ਗਿਆਨ ਹਾਸਲ ਕਰੋ, ਕਿਉਂ ਖੂਹ ਦੇ ਡੱਡੂ ਬਣੇ ਹੋਏ ਹੋ। ਜਿਵੇਂ ਇੱਕ ਵਾਰ ਸਾਧ ਸੰਗਤ ਜੀ
ਇੱਕ ਖੂਹ ਦੇ ਵਿੱਚ ਡੱਡੂ ਸੀ। ਉਸ ਦੀ ਤਰਸਯੋਗ ਹਾਲਤ ਨੂੰ ਦੇਖ ਕੇ ਮਾਨਸਰੋਵਰ ਤੇ ਰਹਿਣ ਵਾਲੇ ਹੰਸ ਨੂੰ ਉਸ ਤੇ ਦਇਆ ਆਈ। ਉਸਨੇ ਡੱਡੂ ਨੂੰ ਕਿਹਾ, ਭਾਈ ਤੂੰ ਇਸ ਖੂਹ ਦੇ ਵਿੱਚ ਹੀ ਜੋ ਆਪਣਾ ਜੀਵਨ ਹੈ ਉਹ ਬਤੀਤ ਕਰ ਰਿਹਾ ਆ ਚੱਲ, ਮੈਂ ਤੈਨੂੰ ਇਸ ਤੋਂ ਵੀ ਵੱਡੀ ਦੁਨੀਆ ਦੇ ਵਿੱਚ ਲੈ ਕੇ ਚੱਲਦਾ ਹਾਂ। ਤਾਂ ਸਾਧ ਸੰਗਤ ਜੀ, ਜੋ ਖੂਹ ਦਾ ਡੱਡੂ ਸੀ ਉਸ ਨੂੰ ਯਕੀਨ ਨਹੀਂ ਜੇ ਹੋਇਆ, ਕਿਉਂਕਿ ਉਹ ਤਾਂ ਖੂਹ ਨੂੰ ਹੀ ਸੱਚ ਸਮਝੀ ਬੈਠਾ ਸੀ। ਤੇ ਹੰਸ ਨੇ ਕਿਹਾ, ਮੇਰੇ ਨਾਲ ਚੱਲ, ਆਪਾਂ ਮਾਨਸਰੋਵਰ ਚੱਲਦੇ ਹਾਂ, ਉੱਥੇ ਹੀਰੇ ਮੋਤੀ ਚੁਗਾਂਗੇ, ਆਨੰਦ ਭਰਿਆ ਜੀਵਨ ਬਤੀਤ ਕਰਾਂਗੇ। ਡੱਡੂ ਖੂਹ ਦੇ ਇੱਕ ਪਾਸੇ ਤੋਂ ਦੂਸਰੇ ਪਾਸੇ ਛਾਲ ਮਾਰ ਕੇ ਹੰਸ ਨੂੰ ਪੁੱਛਦਾ ਆ ਕਿ ਭਾਈ ਤੇਰਾ ਮਾਨਸਰੋਵਰ ਇੰਨਾ ਵੱਡਾ ਹੈ? ਤਾਂ ਹੰਸ ਨੇ ਕਿਹਾ, ਨਹੀਂ ਉਹ ਚੱਲਿਆ, ਮਾਨਸਰੋਵਰ ਤਾਂ ਇਸ ਤੋਂ ਵੀ ਵੱਡਾ ਹੈ। ਤਾਂ ਸਾਧ ਸੰਗਤ ਜੀ, ਜੋ ਖੂਹ ਦਾ ਡੱਡੂ ਸੀ ਉਸਨੇ ਇੱਕ ਹੋਰ ਛਲਾਂਗ ਮਾਰੀ, ਹੋਰ ਵੱਡੀ ਛਲਾਂਗ ਮਾਰੀ। ਫਿਰ ਉਹ ਹੰਸ ਨੂੰ ਪੁੱਛਦਾ ਆ ਕਿ ਭਾਈ ਤੇਰਾ ਮਾਨਸਰੋਵਰ ਇੰਨਾ ਵੱਡਾ ਹੈ? ਫਿਰ ਸਾਧ ਸੰਗਤ ਜੀ, ਹੰਸ ਨੇ ਉਹੀ ਕਿਹਾ, ਨਹੀਂ ਭਾਈ, ਮਾਨਸਰੋਵਰ ਤਾਂ ਇਸ ਤੋਂ ਬਹੁਤ ਜ਼ਿਆਦਾ ਵੱਡਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਉਸਨੇ ਇੱਕ ਦੋ ਛਾਲਾਂ ਹੋਰ ਮਾਰੀਆਂ ਉਸ ਤੋਂ ਵੱਡੀਆਂ। ਫਿਰ ਉਸ ਨੂੰ ਪੁੱਛਦਾ ਕਿ ਭਾਈ ਤੇਰਾ ਮਾਨਸਰੋਵਰ ਐਡਾ ਵੱਡਾ ਆ? ਹੰਸ ਦਾ ਉਹੀ ਜਵਾਬ, ਨਹੀਂ, ਇਹ ਤਾਂ ਬਹੁਤ ਵੱਡਾ ਹੈ। ਤੇ ਸਾਧ ਸੰਗਤ ਜੀ, ਅੰਤ ਦੇ ਵਿੱਚ ਜੋ ਖੂਹ ਦਾ ਡੱਡੂ ਸੀ, ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਪਹੁੰਚ ਕੇ ਜਦੋਂ ਉਸਨੇ ਪੁੱਛਿਆ ਐਡਾ ਵੱਡਾ ਹੈ, ਉਹ ਕਹਿੰਦਾ ਨਹੀਂ, ਇਸ ਤੋਂ ਵੀ ਵੱਡਾ ਹੈ। ਤੇ ਡੱਡੂ ਉਸ ਤੇ ਯਕੀਨ ਹੀ ਨਹੀਂ ਜੇ ਕਰਦਾ, ਕਹਿੰਦਾ ਤੂੰ ਝੂਠ ਬੋਲਦਾ ਹੈ, ਤੂੰ ਮੈਨੂੰ ਕਿਸੇ ਜਾਲ ਦੇ ਵਿੱਚ ਫਸਾਉਣਾ ਚਾਹੁੰਦਾ ਹੈ। ਮੈਂ ਆਪਣੀ ਦੁਨੀਆ ਦੇ ਵਿੱਚ ਖੁਸ਼ ਹਾਂ ਤੇ ਤੂੰ ਮੈਨੂੰ ਖੁਸ਼ ਨੂੰ ਦੇਖ ਕੇ ਜਾਂ ਤਾਂ ਤੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ, ਜਾਂ ਮੈਨੂੰ ਕਿਸੇ ਜਾਲ 'ਚ ਫਸਾਉਣਾ ਚਾਹੁੰਦਾ ਹੈ, ਕਿਉਂਕਿ ਖੂਹ ਤੋਂ ਵੱਡਾ ਤਾਂ ਕੋਈ ਹੋ ਹੀ ਨਹੀਂ ਸਕਦਾ। ਇਸ ਤੋਂ ਵੱਡਾ ਜੋ ਪਾਣੀ ਦਾ ਸਰੋਤ ਹੈ ਉਹ ਤਾਂ ਕਿਤੇ ਹੋ ਹੀ ਨਹੀਂ ਜੇ ਸਕਦਾ। ਤਾਂ ਮਾਨਸਰੋਵਰ ਦੇ ਹੰਸ ਨੇ ਕਿਹਾ, ਭਾਈ ਜੋ ਮਾਨਸਰੋਵਰ ਹੈ ਉਹ ਬਹੁਤ ਵੱਡਾ ਹੈ, ਤੇਰੀਆਂ ਛਾਲਾਂ ਕੀ ਕਰਨਗੀਆਂ? ਪਰ ਸਾਧ ਸੰਗਤ ਜੀ, ਡੱਡੂ ਨੇ ਉਸ ਤੇ ਯਕੀਨ ਨਹੀਂ ਜੇ ਕੀਤਾ। ਉਹ ਕਹਿੰਦਾ ਹੋ ਹੀ ਨਹੀਂ ਜੇ ਸਕਦਾ ਕਿ ਭਾਈ ਖੂਹ ਤੋਂ ਵੱਡਾ ਵੀ ਕੋਈ ਹੋਵੇ। ਤੇ ਸਤਿਗੁਰੂ ਜੀ ਸਾਨੂੰ ਅੱਜ ਇਹ ਸਮਝਾ ਰਹੇ ਨੇ ਕਿ ਭਾਈ ਅਸੀਂ ਖੂਹ ਦੇ ਡੱਡੂ ਬਣੇ ਹੋਏ ਹਾਂ। ਇਹ ਇਸੇ ਤਰ੍ਹਾਂ ਇਹ ਜੋ ਜੀਵ ਆ, ਅਗਿਆਨਤਾ ਵਸ ਹੋ ਕੇ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆ ਹੋਣ ਕਰਕੇ ਨਾ ਤਾਂ ਇਸ ਨੂੰ ਆਪਣਾ ਲੋਕ ਤੇ ਨਾ ਪਰਲੋਕ ਸਵਾਰਨ ਦੀ ਕੋਈ ਸੋਝੀ ਹੈ। ਪਰ ਜੋ ਪ੍ਰਮਾਤਮਾ ਦੇ ਭੇਜੇ ਹੋਏ ਸੰਤ ਪਿਆਰੇ ਨੇ ਸਾਧ ਸੰਗਤ ਜੀ, ਇਸ ਨੂੰ ਅਗਿਆਨਤਾ ਰੂਪੀ ਖੂਹ ਚੋਂ ਕੱਢਣਾ ਚਾਹੁੰਦੇ ਨੇ, ਪਰ ਇਹ ਉਸ ਖੂਹ ਦੇ ਵਿੱਚੋਂ ਨਿਕਲਣਾ ਹੀ ਨਹੀਂ ਜੇ ਚਾਹੁੰਦਾ। ਸਤਿਗੁਰ ਰਵਿਦਾਸ ਮਹਾਰਾਜ ਜੀ, ਸਤਿਗੁਰ ਨਾਨਕ ਦੇਵ ਮਹਾਰਾਜ, ਸਤਿਗੁਰ ਕਬੀਰ ਸਾਹਿਬ ਮਹਾਰਾਜ, ਸਤਿਗੁਰ ਨਾਮਦੇਵ ਜੀ, ਸਤਿਗੁਰ ਸਦਨਾ ਜੀ, ਸਤਿਗੁਰ ਸੈਨ ਜੀ, ਸਤਿਗੁਰ ਤਰਲੋਚਨ ਜੀ, ਕਿੰਨੇ ਸਾਡੇ ਮਹਾਨ ਰਹਿਬਰ ਆਏ ਨੇ ਸਾਧ ਸੰਗਤ ਜੀ, ਜਿਨ੍ਹਾਂ ਨੇ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ, ਅੰਮ੍ਰਿਤ ਬਾਣੀ ਵਿੱਚ ਸਾਨੂੰ ਅਗਿਆਨਤਾ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਅੱਜ ਵੀ ਕਰ ਰਹੇ ਨੇ। ਅਨੇਕਾਂ ਜੀਵਾਂ ਨੂੰ ਉਤਾਰਿਆ, ਤੇ ਜੋ ਜੀਵ ਗੁਰਾਂ ਦੇ ਦਿਖਾਏ ਮਾਰਗ ਤੇ ਚੱਲਦੇ ਨੇ ਨਾ ਸਾਧ ਸੰਗਤ ਜੀ, ਉਹ ਫਿਰ ਖੂਹ ਦੇ ਡੱਡੂ ਬਣ ਕੇ ਨਹੀਂ ਜੇ ਰਹਿੰਦੇ। ਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਅੱਜ ਸਾਨੂੰ ਖੂਹ ਵਿੱਚੋਂ ਬਾਹਰ ਕੱਢ ਰਹੇ ਨੇ ਕਿ ਭਾਈ ਨਾਮ ਤੇਰੇ ਕੀ ਜੋਤ ਲਗਾਈ, ਭਇਓ ਜਿਆਰੋ ਪਵਨ ਸਗਲਾਰੇ, ਕਿ ਭਾਈ ਗਿਆਨ ਦੀ ਜੋਤ ਜਗਾਓ। ਤੇ ਸੱਚਾ ਸਾਧ ਸੰਗਤ ਜੀ, ਜਿਸ ਦੇ ਅੰਦਰ ਗੁਰੂ ਦੇ ਗਿਆਨ ਦੀ ਜੋਤ ਜਗ ਜਾਂਦੀ ਹੈ, ਜਿਸ ਦੇ ਅੰਦਰ ਉਸ ਪ੍ਰਮਾਤਮਾ ਦੇ ਗਿਆਨ ਦੀ ਜੋਤ ਜਗ ਜਾਂਦੀ ਹੈ ਨਾ, ਫਿਰ ਉਸ ਦੇ ਮਨ ਦੇ ਵਿੱਚ ਜੋ ਅਗਿਆਨਤਾ ਦਾ ਹਨੇਰਾ ਆ ਉਹ ਹਮੇਸ਼ਾ ਹਮੇਸ਼ਾ ਲਈ ਦੂਰ ਹੋ ਜਾਂਦਾ ਹੈ। ਫਿਰ ਉਸ ਦੇ ਮਨ ਦੇ ਵਿੱਚ ਨਾ ਤਾਂ ਕੋਈ ਵਹਿਮਾਂ ਭਰਮਾਂ ਦਾ ਡਰ ਰਹਿੰਦਾ ਹੈ, ਨਾ ਉਸ ਨੂੰ ਕੋਈ ਜਮਾਂ ਦਾ ਡਰ ਜੋ ਰਹਿੰਦਾ ਹੈ। ਸਾਧ ਸੰਗਤ ਜੀ, ਮੋਹਿ ਜਮ ਡੰਡ ਨਾ ਲਾ ਗਈ ਤਜਲੇ ਸਰਬ ਜੰਜਾਲ, ਕਿ ਜੋ ਜੀਵ ਸੱਚ ਦੇ ਮਾਰਗ ਤੇ ਚੱਲਦਾ ਆ, ਜੋ ਜੀਵ ਗੁਰੂ ਵਾਲਾ ਬਣ ਜਾਂਦਾ ਹੈ, ਉਸ ਨੂੰ ਫਿਰ ਜਮਾਂ ਦਾ ਡਰ ਵੀ ਨਹੀਂ ਜੇ ਰਹਿੰਦਾ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਬਦੇਸ ਨ ਬੂਝ, ਐਸੇ ਮੇਰਾ ਮਨ ਵਿਖਿਆ ਬਿਮੋਇਆ, ਕਛਿਆਰਾ ਪਾਰ ਨ ਸੂਝ। ਕਿ ਹੇ ਚੱਲਿਆ ਪੁਰਸ਼ਾ, ਤੂੰ ਖੂਹ ਦਾ ਡੱਡੂ ਨਾ ਬਣ ਕੇ ਰਹਿ, ਗੁਰੂ ਵਾਲਾ ਬਣ, ਗੁਰੂ ਦਾ ਗਿਆਨ ਪ੍ਰਾਪਤ ਕਰ।
ਤੂੰ ਖੂਹ ਦਾ ਡੱਡੂ ਬਣ ਕੇ ਤੈਨੂੰ ਕੁਝ ਸੋਝੀ ਨਹੀਂ ਹੈ ਕਿ ਪ੍ਰਮਾਤਮਾ ਦਾ ਜੋ ਸੰਸਾਰ ਹੈ ਇਸ ਤੋਂ ਬਹੁਤ ਵੱਡਾ ਆ। ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਕਿ ਭਾਈ ਸੰਤ ਇਸ ਸੰਸਾਰ ਦੇ ਵਿੱਚ ਆਉਂਦੇ ਨੇ ਜੀਵਾਂ ਦਾ ਭਲਾ ਕਰਨ ਵਾਸਤੇ। ਸੰਤ ਇਸ ਨੂੰ ਅਗਿਆਨਤਾ ਰੂਪੀ ਖੂਹ ਵਿੱਚੋਂ ਕੱਢ ਕੇ ਪ੍ਰਮਾਤਮਾ ਨਾਲ, ਸੱਚ ਨਾਲ ਜੋੜਦੇ ਨੇ। ਇਸ ਲਈ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ, ਭਾਈ ਸਿਮਰਨ ਵਾਸਤੇ ਦੋਨੋਂ ਹੀ ਭਲੇ ਨੇ, ਪ੍ਰਮਾਤਮਾ ਵੀ ਸੰਤ ਵੀ। ਪ੍ਰਮਾਤਮਾ ਮੁਕਤੀ ਦਾ ਦਾਤਾ ਹੈ ਸਾਧ ਸੰਗਤ ਜੀ, ਸੰਤ ਜੀਵ ਨੂੰ ਨਾਮ ਜਪਾ ਕੇ ਪ੍ਰਮਾਤਮਾ ਨਾਲ ਜੋੜਦੇ ਨੇ। ਪਰ ਇਹ ਜੋ ਸੰਸਾਰੀ ਜੀਵ ਹੈ ਇਹ ਅਗਿਆਨਤਾ ਵਸ ਹੋ ਕੇ ਸਾਧ ਸੰਗਤ ਜੀ ਸੰਤਾਂ ਨੂੰ ਵੀ ਸਵਾਲ ਜਵਾਬ ਕਰਦਾ ਹੈ, ਪ੍ਰਸ਼ਨ ਪੁੱਛਦਾ ਹੈ। ਉਹਨਾਂ ਦੇ ਗਿਆਨ ਦੇ ਉੱਪਰ ਵੀ ਇਹ ਸ਼ੰਕਾ ਕਰ ਲੈਂਦਾ ਹੈ। ਚੰਗੀ ਗੱਲ ਹੈ ਸਾਧ ਸੰਗਤ ਜੀ ਕਿ ਆਪਣੇ ਗੁਰੂਆਂ ਨਾਲ ਗਿਆਨ ਗੋਸ਼ਟੀ ਕਰਨੀ ਚਾਹੀਦੀ ਹੈ। ਜੋ ਮਨ ਦੇ ਵਿੱਚ ਸ਼ੰਕਾ ਹੋਵੇ ਉਸ ਦੇ ਜੋ ਜਵਾਬ ਨੇ ਉਹ ਲੈਣੇ ਚਾਹੀਦੇ ਨੇ। ਪਰ ਸਾਧ ਸੰਗਤ ਜੀ ਜੋ ਗੁਰੂ ਕਹੇ ਉਹ ਮੰਨਣਾ ਵੀ ਚਾਹੀਦਾ ਹੈ, ਜੋ ਗੁਰੂਆਂ ਨੇ ਸਾਨੂੰ ਰਸਤਾ ਦਿਖਾਇਆ ਹੈ। ਨਹੀਂ ਤਾਂ ਬਹੁਤੇ ਜੀ ਵੈਸੇ ਵੀ ਨੇ ਸਾਧ ਸੰਗਤ ਜੀ ਜੋ ਧੰਨ ਧੰਨ ਜਗਤ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਜੀ ਤੇ ਵੀ ਕਿੰਤੂ ਪ੍ਰੰਤੂ ਕਰ ਦਿੰਦੇ ਨੇ। ਉਹ ਗੁਰਬਾਣੀ ਦੇ ਉੱਪਰ ਵੀ ਕਿੰਤੂ ਪ੍ਰੰਤੂ ਕਰ ਦਿੰਦੇ ਨੇ। ਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਸਾਨੂੰ ਇਹੀ ਸਮਝਾ ਰਹੇ ਨੇ ਕਿ ਭਾਈ ਸੰਤ ਅਨੰਤ ਹੈ ਅੰਤਰ ਨਾਹੀ। ਕਿ ਭਾਈ ਸੰਤ ਸਾਡਾ ਹੱਥ ਫੜਨ ਆਉਂਦੇ ਨੇ। ਜੋ ਪ੍ਰਮਾਤਮਾ ਦੇ ਭੇਜੇ ਹੋਏ ਸੰਤ ਨੇ ਉਹ ਸਾਡਾ ਜੀਵਨ ਦਾ ਜੋ ਪਾਰ ਹੈ ਉਹ ਪਾਰ ਉਤਾਰਾ ਕਰਨ ਆਉਂਦੇ ਨੇ। ਤੇ ਜੇ ਮਨ ਦੇ ਵਿੱਚ ਕੋਈ ਸ਼ੰਕਾ ਹੈ ਸਾਨੂੰ ਸਤਿਗੁਰਾਂ ਪਾਸੋਂ ਪੁੱਛਣੀ ਚਾਹੀਦੀ ਹੈ। ਜੋ ਵੀ ਸਾਨੂੰ ਸਾਧੂ ਸੰਤ ਮਿਲਦਾ ਆ ਤੇ ਸਾਧ ਸੰਗਤ ਜੀ, ਪਰ ਜੋ ਰਸਤਾ ਉਹ ਦਿਖਾਉਂਦੇ ਨੇ ਸਾਨੂੰ ਉਸ ਰਸਤੇ ਤੇ ਵੀ ਚੱਲਣਾ ਚਾਹੀਦਾ ਹੈ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਬੂਝ, ਐਸੇ ਮੇਰਾ ਮਨ ਵਿਖਿਆ ਵਿਮੋਇਆ, ਕਛਾਰਾ ਪਾਰ ਨਾ ਸੂਝ। ਇਹ ਜੋ ਸਾਧ ਸੰਗਤ ਜੀ ਜੀਵ ਹੈ ਇਹ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ, ਸੱਚ ਦੇ ਰਸਤੇ ਨੂੰ ਛੱਡ ਕੇ ਇਹ ਰਸਾ ਕਸਾਂ ਦੇ ਵਿੱਚ ਫਸਿਆ ਹੋਇਆ ਹੈ। ਤੇ ਸੰਤ ਕਹਿੰਦੇ ਨੇ ਕਿ ਵੀ ਭਾਈ ਪ੍ਰਮਾਤਮਾ ਦਾ ਨਾਮ ਤਾਂ ਸੁੱਖਾਂ ਦਾ ਸਮੁੰਦਰ ਹੈ। ਉਹ ਨਾ ਤਾਂ ਸਾਨੂੰ ਕੋਈ ਵਹਿਮਾਂ ਭਰਮਾਂ 'ਚ ਪਾਉਂਦੇ ਨੇ, ਨਾ ਕੋਈ ਅਡੰਬਰਾਂ ਪਖੰਡਾਂ 'ਚ ਪਾਉਂਦੇ ਨੇ। ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਦੇਨ ਬਸ ਜਾਕੈ, ਚਾਰ ਪਦਾਰਥ ਅਸ਼ਟ ਦਸਾ ਸਿਧ ਨਵਨਿਧ ਕਰਤੋ ਤੱਕ। ਕਿ ਹੇ ਜੀਵ ਤੂੰ ਕੁਛ ਨਾ ਕਰ, ਬਸ ਉਸ ਪ੍ਰਮਾਤਮਾ ਦਾ ਸਿਮਰਨ ਕਰ ਤੇ ਹੱਥਾਂ ਨਾਲ ਕਿਰਤ ਕਰ। ਉਹ ਸਾਰੀ ਦੁਨੀਆ ਦਾ ਮਾਲਕ ਤੈਨੂੰ ਆਪਣੇ ਅੰਦਰੋਂ ਹੀ ਮਿਲ ਜਾਵੇਗਾ। ਸਾਧ ਸੰਗਤ ਜੀ ਸਤਿਗੁਰ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਪ੍ਰਮਾਤਮਾ ਦਾ ਜੋ ਸਿਮਰਨ ਹੈ ਨਾ ਉਹ ਸੁੱਖਾਂ ਦਾ ਸਾਗਰ ਹੈ। ਤੇ ਜਿਸ ਘਰ ਦੇ ਵਿੱਚ ਉਸ ਪਰਮਪਿਤਾ ਪ੍ਰਮਾਤਮਾ ਦਾ ਸਿਮਰਨ ਹੁੰਦਾ ਹੈ ਸਾਧ ਸੰਗਤ ਉਸ ਦੇ ਵਿੱਚ ਬਰਕਤਾਂ ਆਉਂਦੀਆਂ ਨੇ। ਤੇ ਧਿਆਨ ਮਾਰ ਕੇ ਦੇਖੋ ਸਾਧ ਸੰਗਤ ਜੀ, ਜਿੱਥੇ ਜਿੱਥੇ ਕਿਸੇ ਵੀ ਸਾਧੂ ਸੰਤ ਨੇ ਬੈਠ ਕੇ ਜਪ ਤਪ ਕੀਤਾ, ਪ੍ਰਮਾਤਮਾ ਦਾ ਸਿਮਰਨ ਕੀਤਾ, ਸੱਚ ਦੇ ਮਾਰਗ ਤੇ ਚੱਲੇ, ਸੱਚ ਦਾ ਬਿਗਲ ਵਜਾਇਆ, ਉੱਥੇ ਅੱਜ ਸੋਨੇ ਦੇ ਛਤਰ ਝੁਲਦੇ ਨੇ। ਬਹੁਤ ਵੱਡੇ ਵੱਡੇ ਸਤਸੰਗ ਕੀਰਤਨ ਗੁਰਬਾਣੀ ਦੇ ਜਾਪ ਹੁੰਦੇ ਨੇ। ਤੇ ਇਹੀ ਸਾਨੂੰ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਭਾਈ ਅਸੀਂ ਕੋਈ ਕਰਮ ਕਾਂਡ ਕਰਨ ਨੂੰ ਤੁਹਾਨੂੰ ਨਹੀਂ ਜੇ ਕਹਿ ਰਹੇ। ਅਸੀਂ ਤਾਂ ਇਹੀ ਕਹਿੰਦੇ ਆ ਕਿ ਭਾਈ ਸੱਚ ਦੇ ਮਾਰਗ ਤੇ ਚੱਲੋ, ਜੀਵਾਂ ਨਾਲ ਉਸ ਪ੍ਰਮਾਤਮਾ ਦਾ ਸੋਹੰਗ ਸਤਨਾਮ ਦਾ ਜਾਪ ਕਰੋ ਤੇ ਹੱਥਾਂ ਨਾਲ ਕਿਰਤ ਕਮਾਈਆਂ ਕਰੋ, ਆਪਣੀਆਂ ਜ਼ਿੰਮੇਵਾਰੀਆਂ ਨਿਭਾਓ, ਸਮਾਜਿਕ ਰਾਜਨੀਤਿਕ, ਆਪਣੇ ਬੱਚਿਆਂ ਨੂੰ ਖੂਬ ਪੜਾਓ, ਸਭ ਦਾ ਭਲਾ ਕਰੋ। ਇਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਸਿਮਰਨ ਦੇ ਨਾਲ ਨਾ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਨੇ। ਧਨ ਇਸਤਰੀ ਪੁੱਤਰ ਦਾ ਸੰਬੰਧ ਆਪਣੇ ਸਰੀਰ ਦੇ ਨਾਲ ਹੈ। ਅਸੀਂ ਆਪਣੇ ਬੱਚਿਆਂ ਨੂੰ ਵੀ ਖੂਬ ਪੜਾਉਣਾ ਹੈ, ਮਾਤਾ ਪਿਤਾ ਦੀ ਸੇਵਾ ਵੀ ਕਰਨੀ ਹੈ। ਸਾਧ ਸੰਗਤ ਜੀ ਜਿੰਨੇ ਵੀ ਸਾਡੇ ਪਰਿਵਾਰ ਦੇ ਵਿੱਚ ਜੀਵ ਨੇ ਰਲ ਮਿਲ ਕੇ ਅਸੀਂ ਰਹਿਣਾ ਆ, ਉਹਨਾਂ ਦੀ ਵੀ ਸੇਵਾ ਕਰਨੀ ਹੈ। ਪਰ ਅਸੀਂ ਸੱਚ ਦਾ ਮਾਰਗ ਨਹੀਂ ਜੇ ਛੱਡਣਾ। ਸਗਲ ਭਵਨ ਕੇ ਨਾਇਕਾ ਇਕ ਛਿਨ ਦਰਸ ਦਿਖਾਏ ਜੀ ਰਹਾਉ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਸਭ ਖੰਡਾ ਬ੍ਰਹਮੰਡਾਂ ਦੇ ਮਾਲਕ ਪ੍ਰਮਾਤਮਾ ਜੀ ਇੱਕ ਛਿਨ ਲਈ ਮੈਨੂੰ ਦਰਸ਼ਨ ਦਿਓ। ਸਭ ਬੰਧਨਾਂ ਤੋਂ ਮੁਕਤ ਹੋ ਕੇ ਜੀਵ ਨੂੰ ਪ੍ਰਮਾਤਮਾ ਦੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਹ ਜੀਵ ਪ੍ਰਮਾਤਮਾ ਨੂੰ ਮਿਲਣ ਲਈ ਬਹੁਤ ਵਿਆਕੁਲ ਹੋ ਉੱਠਦਾ ਹੈ ਤੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਹੈ ਕਿ ਹੇ ਪ੍ਰਮਾਤਮਾ ਜੀ, ਬਹੁਤ ਜਨਮ ਵਿਛਰੇ ਥੇ ਮਾਧੋਇ ਜਨਮ ਤੁਮਾਰੇ ਲੇਖੈ, ਕਹਿ ਰਵਿਦਾਸ ਆਸ ਲਗ ਜੀਵੋ ਚਿਰਪਿਓ ਦਰਸ਼ਨ ਦੇਖੇ। ਹੇ ਪ੍ਰਮਾਤਮਾ ਜੀ, ਬੜੇ ਜਨਮਾਂ ਤੋਂ ਵਿਛੜੇ ਹੋਏ ਹੋ। ਤੇ ਸਾਧ ਸੰਗਤ ਜੀ ਇਹ ਸੱਚ ਹੈ
ਕਿ ਜੇ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇ ਤਾਂ ਇੱਕ ਪਲ ਦੇ ਵਿੱਚ ਹੋ ਜਾਂਦੀ ਹੈ, ਤੇ ਜੇ ਪ੍ਰਮਾਤਮਾ ਦੀ ਪ੍ਰਾਪਤੀ ਨਾ ਹੋਵੇ ਤਾਂ ਬਹੁਤੇ ਜਨਮ ਲੱਗ ਜਾਂਦੇ ਨੇ। ਕਿਉਂਕਿ ਸਾਧ ਸੰਗਤ ਜੀ, ਜੋ ਮਨ ਦੀ ਖੇਡ ਆ, ਅਗਰ ਮਨ ਕਾਬੂ ਵਿੱਚ ਆ ਜਾਵੇ ਤਾਂ ਕੁਝ ਪਲਾਂ ਦੇ ਵਿੱਚ ਹੀ ਕਾਬੂ ਵਿੱਚ ਆ ਜਾਂਦਾ ਹੈ, ਤੇ ਜੇ ਮਨ ਕਾਬੂ ਵਿੱਚ ਨਾ ਆਵੇ ਤਾਂ ਸਾਡੇ ਅੰਤ ਸਮੇਂ ਤੱਕ ਸਾਡੇ ਤੋਂ ਜੋ ਬੁਰੇ ਕਰਮ ਨੇ ਉਹ ਕਰਵਾਉਂਦਾ ਰਹਿੰਦਾ ਹੈ। ਦੇਖਿਆ ਨਾ ਸਾਧ ਸੰਗਤ ਜੀ, ਬਹੁਤੇ ਜੀਵ ਨੇ ਜੋ ਅੰਤ ਸਮੇਂ ਤੱਕ ਬੁਰੇ ਕਾਰਜ ਕਰਦੇ ਨੇ, ਤੇ ਇਸ ਮਨ ਨੂੰ ਮਨਾਉਣ ਦੇ ਵਿੱਚ ਕਈ ਵਾਰ ਅਨੇਕਾਂ ਜਨਮ ਲੱਗ ਜਾਂਦੇ ਨੇ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਤੂੰ ਅਨੇਕਾਂ ਜਨਮਾਂ ਤੋਂ ਵਿਛੜਿਆ ਹੋਇਆ ਆ, ਤੇ ਸੱਚ ਦੇ ਮਾਰਗ ਤੇ ਚੱਲ, ਤੇ ਐਸੇ ਜਨਮ ਦੇ ਵਿੱਚ ਉਸ ਪਰਮਪਿਤਾ ਪ੍ਰਮਾਤਮਾ ਦੇ ਦਰਸ਼ਨ ਦੀਦਾਰੇ ਕਰ। ਬਹੁਤ ਜਨਮ ਵਿਚਰੇ ਤੇ ਮਾਧੋਏ ਜਨਮ ਤੁਮਾਰਾ ਲੇਖੈ, ਕਹਿ ਰਵਿਦਾਸ ਆਸ ਲਗ ਜੀਵੋ ਚਿਰਪਿਓ ਦਰਸ਼ਨ ਦੇ। ਕਿ ਹੇ ਪਰਮਪਿਤਾ ਪ੍ਰਮਾਤਮਾ ਜੀ, ਇਹ ਜੋ ਜੀਵ ਹੈ ਤੇ ਤੋਂ ਅਨੇਕਾਂ ਜਨਮਾਂ ਤੋਂ ਵਿਛੜਿਆ ਹੋਇਆ ਹੈ, ਇਸ ਵਾਰ ਇਹਨਾਂ ਜੀਵਾਂ ਨੂੰ ਬਖਸ਼, ਸੱਚ ਦਾ ਮਾਰਗ ਦੇ। ਤੇ ਸਾਧ ਸੰਗਤ ਜੀ, ਐਸੇ ਗੁਰਾਂ ਦੀ ਅਸੀਂ ਪ੍ਰਾਪਤੀ ਕੀਤੀ ਹੈ, ਤੇ ਕਰਮਾਂ ਵਾਲੀਆਂ ਸਾਧ ਸੰਗਤ ਜੀ ਕਿ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗੇ ਗੁਰੂ ਮਿਲੇ ਨੇ, ਜਿਨ੍ਹਾਂ ਨੇ ਸਾਨੂੰ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਵਿੱਚ ਨਾ ਪਾ ਕੇ ਬੜਾ ਸਿੱਧਾ ਤੇ ਸਾਦਾ ਰਸਤਾ ਦਿਖਾਇਆ ਆ ਕਿ ਭਾਈ ਅਨੇਕਾਂ ਜਨਮਾਂ ਤੋਂ ਅਸੀਂ ਵਿਛੜੇ ਹਾਂ, ਇਸ ਜਨਮ ਦੇ ਵਿੱਚ ਅਸੀਂ ਉਸ ਪ੍ਰਮਾਤਮਾ ਦੀ ਸੱਚ ਦੀ ਪ੍ਰਾਪਤੀ ਕਰ ਸਕਦੇ ਹਾਂ। ਕਰਨਾ ਕੀ ਹੈ? ਸਤਿਗੁਰੂ ਜੀ ਫਰਮਾਉਂਦੇ ਨੇ, ਜੀਵਾ ਸੋ ਓੰਕਾਰ ਜਪ, ਹੱਥਨ ਸੋ ਕਰਕਾਰ, ਰਾਮ ਮਿਲੇ ਘਰ ਆਏ ਕਰ, ਕਹਿ ਰਵਿਦਾਸ ਵਿਚਾਰ। ਕਿ ਭਾਈ ਬਹੁਤਾ ਕੁਝ ਨਹੀਂ ਜੀ ਕਰਨਾ, ਹੱਥਾਂ ਨਾਲ ਤੂੰ ਇਮਾਨਦਾਰੀ ਦੀ ਰੋਟੀ ਕਮਾ, ਤੇ ਜੀਬਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰ। ਤੇ ਸਾਧ ਸੰਗਤ ਜੀ, ਜੋ ਇਨਸਾਨ ਇਮਾਨਦਾਰੀ ਦੀ ਰੋਟੀ ਕਮਾਉਂਦਾ ਆ, ਇਮਾਨਦਾਰੀ ਨਾਲ ਆਪਣਾ ਜੀਵਨ ਜਿਉਂਦਾ ਆ, ਤੇ ਜੀਬਾਂ ਨਾਲ ਸੋਹੰਗ ਸਤਨਾਮ ਦਾ ਜਾਪ ਕਰਦਾ ਆ, ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਭਾਈ ਉਹ ਸਾਰੀ ਦੁਨੀਆ ਦਾ ਮਾਲਕ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਂਦਾ ਆ। ਸਾਧ ਸੰਗਤ ਜੀ, ਬੜੇ ਗੌਰ ਨਾਲ ਸੁਣਨ ਵਾਲੀ ਹੈ ਕਿ ਸਾਰੀ ਦੁਨੀਆ ਪ੍ਰਮਾਤਮਾ ਨੂੰ ਜੰਗਲਾਂ, ਪਹਾੜਾਂ, ਤੀਰਥ ਸਥਾਨਾਂ ਤੇ ਲੱਭਦੀ ਫਿਰਦੀ ਹੈ, ਪਰ ਸਾਨੂੰ ਗੁਰੂ ਰਵਿਦਾਸ ਮਹਾਰਾਜ ਜੀ ਜੋ ਪਤਾ ਦੱਸਦੇ ਨੇ, ਭਾਈ ਤੁਹਾਡੇ ਅੰਦਰ ਹੀ ਪ੍ਰਮਾਤਮਾ ਬੈਠਾ ਆ, ਤੇ ਅਗਿਆਨਤਾ ਕਰਕੇ ਖੂਹ ਦੇ ਡੱਡੂ ਅਸੀਂ ਬਣੇ ਹੋਏ ਆ। ਸਭ ਕੁਝ ਘਰ ਮੈਂ ਬਾਹਰ ਨਾਹੀ, ਬਾਹਰ ਢੋਲੇ ਸੋ ਭਰਮ ਭਲਾਈ। ਕਿ ਭਾਈ ਜੋ ਕੁਝ ਹੈ ਉਹ ਸਾਡੇ ਅੰਦਰ ਹੀ ਹੈ, ਇਸ ਸਰੀਰ ਦੇ ਵਿੱਚ ਹੀ ਹੈ, ਬਾਹਰ ਕੁਝ ਵੀ ਨਹੀਂ ਹੈ। ਜੋ ਬਾਹਰ ਪ੍ਰਮਾਤਮਾ ਦੀ ਭਾਲ ਕਰਦਾ ਉਹ ਭਰਮ ਦੇ ਵਿੱਚ ਹੈ। ਜੈ ਕਾਰਨ ਤੜ ਤੀਰਥ ਜਾਈ, ਰਤਨ ਪਦਾਰਥ ਕਟਹੀ ਮਾਈ। ਕਿ ਭਾਈ ਜੋ ਤੀਰਥਾਂ ਤੇ ਰੱਬ ਨੂੰ ਲੱਭਣ ਜਾਂਦੇ ਨੇ, ਰੱਬ ਕਿਤੇ ਹੋਰ ਨਹੀਂ ਹੈ, ਸਾਡੇ ਅੰਦਰ ਹੀ ਹੈ। ਜਿਵੇਂ ਸਤਿਗੁਰੂ ਪੀਪਾ ਮਹਾਰਾਜ ਜੀ ਫਰਮਾਉਂਦੇ ਨੇ ਨਾ, ਜੋ ਬ੍ਰਹਮੰਡ ਹੈ ਸੋਈ ਪਿੰਡ ਹੈ, ਜੋ ਖੋਜੇ ਸੋ ਪਾਵੇ। ਕਿ ਹੇ ਜੀਵ, ਜੋ ਪ੍ਰਮਾਤਮਾ ਬ੍ਰਹਮੰਡ ਦੇ ਵਿੱਚ ਹੈ ਉਹ ਤੇਰੇ ਸਰੀਰ ਦੇ ਵਿੱਚ ਹੀ ਹੈ, ਤੇ ਗੁਰੂ ਦੇ ਗਿਆਨ ਦੇ ਨਾਲ ਸੋਹੰਗ ਸਤਨਾਮ ਦਾ ਜਾਪ ਕਰਕੇ ਜੋ ਉਸ ਦੀ ਖੋਜ ਕਰਦਾ ਆ, ਉਸ ਨੂੰ ਆਪਣੇ ਸਰੀਰ ਦੇ ਵਿੱਚੋਂ ਹੀ ਮਿਲ ਜਾਣਾ ਹੈ। ਤੇ ਸਾਧ ਸੰਗਤ ਜੀ, ਸਰੀਰ ਦੇ ਵਿੱਚੋਂ ਬਹੁਤੇ ਲੋਕਾਂ ਨੇ ਬਹੁਤ ਕੁਝ ਪ੍ਰਾਪਤ ਕੀਤਾ ਆ। ਜਿਸ ਮੋਬਾਈਲ ਫੋਨ ਨੂੰ ਅਸੀਂ ਹਰ ਰੋਜ਼ ਇਸਤੇਮਾਲ ਕਰਦੇ ਹਾਂ, ਸਾਡੇ ਤਨ ਦੀ, ਮਨ ਦੀ ਖੋਜ ਹੈ, ਦਿਮਾਗ ਦੀ ਖੋਜ ਹੈ। ਸਾਧ ਸੰਗਤ ਜੀ, ਸਾਡੇ ਤਨ ਵਿੱਚੋਂ ਨਿਕਲਿਆ ਆ। ਇਹ ਜੋ ਟੈਲੀਵਿਜ਼ਨ ਅਸੀਂ ਦੇਖਦੇ ਹਾਂ, ਹਵਾਈ ਜਹਾਜ਼ ਦੀ ਯਾਤਰਾ ਕਰਦੇ ਹਾਂ, ਬੱਸਾਂ, ਕਾਰਾਂ, ਜੋ ਵੀ ਸਾਇੰਸ ਨੇ, ਟੈਕਨੋਲੋਜੀ ਨੇ ਸਾਨੂੰ ਦਿੱਤਾ ਹੈ, ਸਾਡੇ ਸਰੀਰ ਦੇ ਵਿੱਚੋਂ ਨਿਕਲਿਆ ਹੈ। ਸਾਧ ਸੰਗਤ ਜੀ, ਜਿੰਨੇ ਵੀ ਵਿਚਾਰ ਨੇ, ਤੇ ਇਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ, ਅਪਤਨ ਕਾ ਜੋ ਕਰੈ ਵਿਚਾਰ, ਤਿਸ ਨਹੀਂ ਜਮ ਕੰਕਰ ਕਰੈ ਖੁਆਰ। ਕਿ ਭਾਈ ਜਿਸ ਨੇ ਆਪਣੇ ਸਰੀਰ ਦੀ ਵਿਚਾਰ ਕਰ ਲਈ, ਇਹ ਤਾਂ ਦੁਨੀਆਦਾਰੀ ਦੀ ਚੀਜ਼ਾਂ ਨੇ। ਸਾਧ ਸੰਗਤ ਜੀ, ਉਹ ਜਿਸ ਨੇ ਇਹ ਚੀਜ਼ਾਂ ਬਣਾਈਆਂ ਨੇ, ਉਹ ਸਾਰੀ ਦੁਨੀਆ ਦਾ ਮਾਲਕ ਹੀ ਸਾਡੇ ਅੰਦਰ ਬੈਠਾ ਆ। ਤੇ ਇਸ ਸਰੀਰ ਦੇ ਵਿੱਚੋਂ ਬਹੁਤੇ ਇਨਸਾਨ ਨੇ ਜਿਨ੍ਹਾਂ ਨੇ ਬਹੁਤ ਕੁਝ ਕੱਢਿਆ ਆ। ਸਾਧ ਸੰਗਤ ਜੀ, ਕਿਸੇ ਨੇ ਹਵਾਈ ਜਹਾਜ਼ ਬਣਾਇਆ ਹੈ, ਕਿਸੇ ਨੇ ਮੋਬਾਈਲ ਫੋਨ, ਕਿਸੇ ਨੇ ਕਾਰ ਬਣਾਈ ਹੈ, ਕਿਸੇ ਨੇ ਇੰਟਰਨੈਟ ਬਣਾਇਆ ਹੈ। ਬਹੁਤੇ ਜੀਵ ਨੇ ਜੋ ਇਸ ਸਰੀਰ ਦੇ ਵਿੱਚੋਂ ਬਹੁਤ ਕੁਝ ਪ੍ਰਾਪਤ ਕਰ ਚੁੱਕੇ ਨੇ, ਤੇ ਸਤਿਗੁਰ ਵੀ ਤਾਂ ਸਾਨੂੰ ਐਸੇ ਸਰੀਰ ਦੇ ਨਾਲ ਹੀ ਜੋੜ ਰਹੇ ਨੇ। ਸਾਧ ਸੰਗਤ ਜੀ, ਕੋਈ ਵਹਿਮ ਭਰਮ ਕਰਨ ਵਾਸਤੇ ਨਹੀਂ ਜੇ ਕਹਿੰਦੇ। ਅਪਤਨ ਕਾ ਜੋ ਕਰੈ ਵਿਚਾਰ, ਤਿਸ ਨਹੀਂ ਜਮ ਕੰਕਰ ਕਰੈ ਖੁਆਰ। ਸਤਿਗੁਰੂ ਪੀਪਾ ਮਹਾਰਾਜ ਜੀ ਵੀ ਇਹੀ ਫਰਮਾਉਂਦੇ ਨੇ, ਜੋ ਬ੍ਰਹਮੰਡ ਹੈ ਸੋਈ ਪਿੰਡ ਹੈ, ਜੋ ਖੋਜੇ ਸੋ ਪਾਵੇ। ਕਿ ਭਾਈ ਤੇਰੇ ਸਰੀਰ ਦੇ ਵਿੱਚ ਬਹੁਤ ਕੁਝ ਹੈ। ਇੱਕ ਵਾਰੀ ਆਪਣੇ ਸਰੀਰ ਦੀ ਖੋਜ ਕਰ, ਬਹੁਤਾ ਕੁਝ ਨਿਕਲਣਾ ਇਹਦੇ ਵਿੱਚੋਂ।
ਕਿਉਂਕਿ ਉਹ ਸਾਰੀ ਦੁਨੀਆ ਦਾ ਮਾਲਕ ਦਿਸਨੇ। ਸਾਧ ਸੰਗਤ ਜੀ ਕੁਦਰਤ ਰਚੀ ਆ, ਉਹ ਵੀ ਤੇਰੇ ਅੰਦਰ ਹੀ ਬੈਠਾ ਹੈ। ਤੇਰਾ ਕਟਮੈ ਸਿਰਜਣਹਾਰ, ਕਸਤੂਰੀ ਮਿਰਗ ਪਾਸ ਹੈ ਢੂੰਡਤ ਕਾਸ ਫਿਰੈ। ਤੇ ਆਓ ਅੱਜ ਦੇ ਪਾਵਨ ਪਵਿੱਤਰ ਸ਼ਬਦ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਪ੍ਰਮਾਤਮਾ ਅੱਗੇ ਅਰਜ਼ੋਈ ਕਰਦੇ ਨੇ ਸਾਡੇ ਲਈ ਕਿ ਪ੍ਰਮਾਤਮਾ ਜੀ ਇਹ ਜੀਵ ਬੜੇ ਜਨਮਾਂ ਤੋਂ ਵਿਛੜੇ ਹੋਏ ਨੇ, ਇਸ ਜਨਮ ਦੇ ਵਿੱਚ ਇਹਨਾਂ ਨੂੰ ਬਖਸ਼ ਲਓ। ਆਓ ਅਸੀਂ ਵੀ ਆਪਣੇ ਲਈ ਅਰਦਾਸਾਂ ਬੇਨਤੀਆਂ ਕਰੀਏ। ਸਗਲ ਭਵਨ ਕੇ ਨਾਇਕਾ ਇੱਕ ਚਿੰਨ ਦਰਸ ਦਿਖਾਏ ਜੀ। ਮਲਨ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ, ਕਰੋ ਕਿਰਪਾ ਬ੍ਰਹਮ ਚੁਕਈ ਮੈਂ ਸੁਮਤ ਦੇਹੋ ਸਮਝਾਏ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਗੇ ਫਰਮਾਉਂਦੇ ਨੇ ਕਿ हे ਪ੍ਰਮਾਤਮਾ ਜੀ, ਅਗਿਆਨਤਾ ਕਰਕੇ ਇਸ ਜੀਵ ਦੀ ਮਤ ਇੰਨੀ ਮੈਲੀ ਹੋ ਚੁੱਕੀ ਹੈ ਕਿ ਇਹ ਜੀਵ ਬ੍ਰਹਮ ਗਿਆਨ ਦੀ ਪਛਾਣ ਨਹੀਂ ਜੇ ਕਰਦਾ। ਆਪ ਕਿਰਪਾ ਦ੍ਰਿਸ਼ਟੀ ਕਰੋ, ਇਸ ਜੀਵ ਦੇ ਭਰਮ ਦੂਰ ਕਰੋ। ਤੇ ਭਰਮ ਦੂਰ ਹੋਣ ਦੇ ਨਾਲ ਇਸ ਦੀ ਜੋ ਬੁੱਧੀ ਹੈ ਉਹ ਸ੍ਰੇਸ਼ਟ ਹੋ ਜਾਵੇ। ਨਾਮ ਤੇਰੀ ਕੀ ਜੋਤ ਲਗਾਈ, ਭਇਓ ਜਿਆਰੋ ਪਵਨ ਸਗਲਾਰੇ। ਕਿ ਭਾਈ ਜਦੋਂ ਸਾਡੇ ਮਨ ਦੇ ਵਿੱਚ ਪ੍ਰਮਾਤਮਾ ਦੇ ਗਿਆਨ ਦੀ ਜੋਤ, ਸਾਧ ਸੰਗਤ ਜੀ ਗੁਰਾਂ ਨੇ ਸਾਨੂੰ ਕੋਈ ਦੁਨਿਆਵੀ ਜੋਤਾਂ ਜਗਾਉਣ ਵਾਸਤੇ ਨਹੀਂ ਜੇ ਕਿਹਾ। ਸਤਿਗੁਰੂ ਜੀ ਦਾ ਫਰਮਾਉਂਦੇ ਨੇ ਭਾਈ ਜਿਸ ਦੇ ਮਨ ਦੇ ਵਿੱਚ ਗੁਰਾਂ ਦੇ ਗਿਆਨ ਦੀ ਜੋਤ, ਪ੍ਰਮਾਤਮਾ ਦੇ ਗਿਆਨ ਦੀ ਜੋਤ ਜਗ ਜਾਂਦੀ ਹੈ ਨਾ, ਉਸ ਦੇ ਮਨ ਵਿੱਚੋਂ ਜਨਮਾਂ ਜਨਮਾਂਤਰਾਂ ਦਾ ਜੋ ਅਗਿਆਨਤਾ ਦਾ ਹਨੇਰਾ ਆ, ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਦਾ ਜੋ ਹਨੇਰਾ ਆ, ਉਹ ਦੂਰ ਹੋ ਜਾਂਦਾ ਹੈ। ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਪਵਨ ਸਗਲਾਰੇ। ਤੇ ਐਸੀ ਜੋਤ ਜਗਾਉਣ ਵਾਸਤੇ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿ ਰਹੇ ਨੇ ਕਿ ਭਾਈ ਜਿਵੇਂ ਅਸੀਂ ਕਮਰੇ 'ਚ ਜੋਤ ਜਗਾਉਂਦੇ ਆ ਤਾਂ ਕਮਰੇ ਦੇ ਵਿੱਚ ਚਾਨਣ ਹੁੰਦਾ ਹੈ, ਤੇ ਜਦੋਂ ਅਸੀਂ ਗੁਰਾਂ ਦੇ ਗਿਆਨ ਦੀ ਜੋਤ ਜਗਾਉਂਦੇ ਸਾਡੇ ਮਨ ਦੇ ਵਿੱਚ ਚਾਨਣ ਹੁੰਦਾ ਆ। ਸਾਧ ਸੰਗਤ ਜੀ ਬਹੁਤੇ ਲੋਕ ਨੇ ਜੋ ਧਾਗੇ ਤਵੀਤਾਂ ਤੋਂ ਡਰਦੇ ਨੇ, ਜਮਾ ਤੋਂ ਡਰਦੇ ਨੇ। ਸਾਧ ਸੰਗਤ ਜੀ ਵਹਿਮਾਂ ਭਰਮਾਂ 'ਚ ਬੜਾ ਵਿਸ਼ਵਾਸ ਕਰਦੇ ਨੇ। ਭਾਈ ਅੱਜ ਮੰਗਲਵਾਰ ਹੈ, ਆਹ ਕੰਮ ਨਹੀਂ ਕਰਨਾ, ਅੱਜ ਵੀਰਵਾਰ ਹੈ, ਸ਼ਨੀਵਾਰ ਹੈ, ਆਹ ਕੰਮ ਨਹੀਂ ਕਰਨਾ। ਪਰ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਸਗਨ ਅਪਸਗਨ ਤਿਸ ਕੋ ਲਗੈ ਜਿਸ ਚੀਤ ਨਾ ਆਵੇ। ਕਿ ਭਾਈ ਇਹ ਜੋ ਵਹਿਮ ਭਰਮ ਸ਼ਗਨ ਅਪਸ਼ਗਨ ਨੇ, ਇਹ ਉਹਨਾਂ ਵਾਸਤੇ ਨੇ ਜਿਨ੍ਹਾਂ ਦਾ ਕੋਈ ਗੁਰੂ ਹੀ ਨਹੀਂ ਹੈ। ਇਹਨਾਂ ਦਾ ਡਰ ਉਹਨਾਂ ਨੂੰ ਲੱਗਦਾ ਜਿਨ੍ਹਾਂ ਨੂੰ ਸੱਚ ਦੀ ਪ੍ਰਾਪਤੀ ਨਹੀਂ ਜੀ। ਤੇ ਤੁਸੀਂ ਤਾਂ ਕਰਮਾਂ ਵਾਲੇ ਹੋ ਸਾਧ ਸੰਗਤ ਜੀ ਕਿ ਧੰਨ ਧੰਨ ਜਗਤ ਗੁਰੂ, ਗੁਰੂਆਂ ਦੇ ਗੁਰੂ, ਐਸੇ ਗੁਰੂ ਕਿ ਸਮੇਂ ਦੇ 52 ਰਾਜੇ ਰਾਣੀਆਂ ਨੇ ਜਿਨ੍ਹਾਂ ਨੂੰ ਗੁਰੂ ਧਾਰਨ ਕੀਤਾ। ਲੱਖਾਂ ਜੀਵ ਸਾਧ ਸੰਗਤ ਜੀ ਜਿਨ੍ਹਾਂ ਦੀ ਦੱਸੇ ਰਾਹ ਤੇ ਚੱਲ ਕੇ ਮੁਕਤ ਹੋਏ ਨੇ, ਸੱਚ ਦੀ ਪ੍ਰਾਪਤੀ ਕੀਤੀ ਹੈ। ਕਰਮਾਂ ਵਾਲਿਓ ਕੈਸੇ ਗੁਰੂਆਂ ਦੀ ਪ੍ਰਾਪਤੀ ਹੋਈ ਹੈ। ਪਰ ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਸਮੱਸਿਆ ਕਿੱਥੇ ਹੈ। ਤਾਂ ਸਤਿਗੁਰੂ ਜੀ ਫਰਮਾਉਂਦੇ ਨੇ ਮਲਨ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ। ਕਿ ਭਾਈ ਅੱਜ ਦਾ ਜੋ ਇਨਸਾਨ ਹੈ ਉਸ ਦੀ ਮਤ ਜੋ ਹੈ ਇੰਨੀ ਮੈਲੀ ਹੋ ਚੁੱਕੀ ਹੈ ਕਿ ਉਹ ਸੱਚ ਦੀ ਪ੍ਰਾਪਤੀ ਕਰਨਾ ਹੀ ਨਹੀਂ ਚਾਹੁੰਦਾ। ਆ ਕੋਈ ਜੀਵ ਨਸ਼ੇ ਵੇਚ ਰਿਹਾ ਹੈ ਸਾਧ ਸੰਗਤ ਜੀ, ਲੋਕਾਂ ਦੇ ਧੀਆਂ ਪੁੱਤਾਂ ਨੂੰ ਮਾਰ ਰਿਹਾ ਹੈ, ਕੋਈ ਠੱਗੀਆਂ ਠੋਰੀਆਂ ਕਰਦਾ ਹੈ, ਕੋਈ ਸਵੇਰ ਤੋਂ ਸ਼ਾਮ ਤੱਕ ਆਪ ਨਸ਼ੇ ਦਾ ਸੇਵਨ ਕਰਦਾ ਹੈ। ਸਾਧ ਸੰਗਤ ਜੀ ਭਰਾ ਭਰਾ ਨੂੰ ਮਾਰ ਰਹੇ ਨੇ, ਸਗੇ ਆਪਣੇ ਨੂੰ ਠੱਗ ਰਹੇ ਨੇ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਸੁਨੈ ਬੋਲੇ ਦੋਰਿਓ ਫਿਰਤ ਹੈ। ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ लगत है। कि भाई ये जो मिट्टी का पुत्र है ना साध संगत जी, ये सारी उम्र माया दे पिछे दौड़दा फिरदा है। ये घर-बार मेरा, ये धीआं पुत मेरे, ये सच है साध संगत जी कि असीं जिम्मेवारियां निभाणियां ने, अपने बच्चों नूं कामयाब करना है, सोना पढ़ाना लिखाना, ये भी सानूं गुरुआं ने सिखाया। माधो अविद्या हितकीन। पर नाल-नाल असीं ये भी याद रखना कि असीं संसार दे विच करन की आए हैं। ਇਹ ਨਹੀਂ ਹੈ ਕਿ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਪਾਲਣ ਲਈ ਜੋ ਗਲਤ ਰਸਤੇ ਨੇ ਉਹ ਚੁਣ ਲਈਏ। ਅਸੀਂ ਸਾਧ ਸੰਗਤ ਜੀ ਸੱਚ ਦੀ ਕਮਾਈ ਕਰਨੀ ਹੈ, ਚਾਹੇ ਕਮਾਈ ਜ਼ਿਆਦਾ ਹੋਵੇ ਥੋੜੀ ਹੋਵੇ, ਕਮਾਈ ਅਸੀਂ ਸੱਚ ਦੀ ਕਰਨੀ ਹੈ, ਇਮਾਨਦਾਰੀ ਦੀ ਕਰਨੀ ਹੈ। ਤੇ ਇਹ ਵੀ ਬਹੁਤ ਵੱਡੀ ਸੱਚਾਈ ਹੈ ਭਾਈ, ਜਿਸ ਦੀ ਇਮਾਨਦਾਰੀ ਦੀ ਕਮਾਈ ਹੈ ਉਸ ਨੂੰ ਇੱਕ ਦਿਨ ਭਾਗ ਜ਼ਰੂਰ ਲੱਗਦੇ ਨੇ। ਇਹ ਵੱਖਰੀ ਗੱਲ ਹੈ ਸਾਧ ਸੰਗਤ ਜੀ ਕਿ ਕਈ ਵਾਰ ਸਮਾਂ ਲੱਗ ਜਾਂਦਾ ਆ, ਪਰ ਪਰਮਾਤਮਾ ਸੱਚ ਦੇ ਮਾਰਗ ਤੇ ਚੱਲਣ ਵਾਲਿਆਂ ਦਾ ਸਾਥ ਜ਼ਰੂਰ ਦਿੰਦਾ ਹੈ। ਇਸ ਲਈ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ, ਐਸੀ ਲਾਲ ਤੁਧ ਬਿਨ ਕੌਣ ਕਰੈ, ਗਰੀਬ ਨਿਵਾਜ ਗਸਈਆਂ ਮੇਰਾ ਮਾਥੇ ਛਤਰ ਤਰੈ। ਕਿ ਭਾਈ ਜਦੋਂ ਇਨਸਾਨ ਸੱਚ ਦੇ ਮਾਰਗ ਤੇ ਚੱਲਦਾ ਆ, ਜਦੋਂ ਗੁਰੂਆਂ ਦੇ ਦਿਖਾਏ ਮਾਰਗ ਤੇ ਚੱਲਦਾ ਆ, ਤੇ ਉਹ ਪਰਮ ਪਿਤਾ ਪਰਮਾਤਮਾ ਇੰਨਾ ਦਿਆਲੂ ਹੈ ਸਾਧ ਸੰਗਤ ਜੀ,
ਆਪਣੇ ਰਸਤੇ ਤੇ ਚੱਲਣ ਵਾਲੇ ਜੀਵਾਂ ਦੇ ਸਰ ਦੇ ਉੱਪਰ ਉਹ ਛਤਰ ਧਰ ਦਿੰਦਾ ਹੈ। ਤੇ ਐਸੇ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਅੱਜ ਜਗਾ ਰਹੇ ਨੇ ਕਿ ਹੇ ਜੀਵ ਤੂੰ ਉੱਠ, ਤੂੰ ਖੂਹ ਦਾ ਡੱਡੂ ਬਣ ਕੇ ਨਾ ਰਹਿ। ਕਿਉਂਕਿ ਸਾਧ ਸੰਗਤ ਜੀ ਅਸੀਂ ਅਗਿਆਨਤਾ ਨੂੰ ਹੀ ਸੱਚ ਸਮਝੀ ਬੈਠੇ ਹਾਂ, ਤੇ ਜਦੋਂ ਤੱਕ ਅਸੀਂ ਅਗਿਆਨਤਾ ਦੇ ਵਿੱਚ ਫਸੇ ਹੋਏ ਹਾਂ, ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਸਾਡਾ ਉਧਾਰ ਨਹੀਂ ਜੀ ਹੋ ਸਕਦਾ। ਸਵਾਉ ਸਾਧ ਸੰਗਤ ਜੀ, ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਦੇ ਖੂਹ ਦੇ ਵਿੱਚੋਂ ਅਸੀਂ ਨਿਕਲੀਏ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸੋਹੰਗ ਸਤਨਾਮ ਦੇ ਸ਼ਬਦ ਦੇ ਨਾਲ ਜੋੜਦੇ ਨੇ। ਉਸ ਸ਼ਬਦ ਨਾਲ ਜੁੜੀਏ, ਅੰਮ੍ਰਿਤ ਵੇਲੇ ਉੱਠੀਏ, ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਜਾਪ ਕਰੀਏ, ਹੱਥਾਂ ਨਾਲ ਕਿਰਤ ਕਮਾਈਆਂ ਕਰਦੇ ਕਰਦੇ ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰੀਏ। ਇਹੀ ਸਾਨੂੰ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਮਝਾਇਆ ਹੈ ਕਿ ਭਾਈ ਕਿਸੇ ਅਸੀਂ ਅਡੰਬਰ ਪਖੰਡ ਦੇ ਵਿੱਚ ਨਹੀਂ ਜੇ ਪੈਣਾ, ਅਸੀਂ ਕਿਸੇ ਕਰਮ ਕਾਂਡਾਂ ਦੇ ਵਿੱਚ ਨਹੀਂ ਪੈਣਾ। ਆਪਣੀ ਜ਼ਿੰਮੇਵਾਰੀਆਂ ਨਿਭਾਓ ਸਾਧ ਸੰਗਤ ਜੀ, ਪਰਿਵਾਰ ਨੂੰ ਪਾਲੋ, ਬੱਚਿਆਂ ਨੂੰ ਕਾਮਯਾਬ ਕਰੋ, ਹੱਥਾਂ ਨਾਲ ਕਿਰਤ ਕਮਾਈਆਂ ਕਰੋ, ਜੀਵਾਂ ਨਾਲ ਸਿਮਰਨ ਕਰੋ। ਇਹੀ ਰਸਤਾ ਸਾਨੂੰ ਸਤਿਗੁਰਾਂ ਨੇ ਦਿਖਾਇਆ ਹੈ। ਤੇ ਅਸੀਂ ਕਦੇ ਖੂਹ ਦੇ ਡੱਡੂ ਬਣ ਕੇ ਨਾ ਰਹਿ ਜਾਈਏ ਸਾਧ ਸੰਗਤ ਜੀ। ਸਾਡਾ ਜੋ ਜੀਵਨ ਆ ਉਹ ਸੱਚ ਦੇ ਮਾਰਗ ਤੇ ਚੱਲੇ। ਜੋਗੀ ਸਰ ਪਾਵੈ ਨਹੀਂ ਤੂੰ ਗੁਣ ਕਥਨ ਅਪਾਰ, ਪ੍ਰੇਮ ਭਗਤ ਕੇ ਕਾਰਣ ਕੋਹ ਰਵਿਦਾਸ ਚਮਾਰ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਜ ਸਾਨੂੰ ਸਮਝਾ ਰਹੇ ਨੇ, ਫਰਮਾਉਂਦੇ ਨੇ ਕਿ ਹੇ ਪ੍ਰਮਾਤਮਾ ਜੀ, ਵੱਡੇ ਵੱਡੇ ਜੋਗੀ ਵੀ ਆਪ ਦੇ ਗੁਣਾਂ ਦਾ ਅੰਤ ਨਹੀਂ ਜੇ ਪਾ ਸਕੇ, ਕਿਉਂਕਿ ਆਪ ਦੇ ਗੁਣ ਬੇਅੰਤ ਨੇ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਮੈਂ ਤਾਂ ਪ੍ਰੇਮ ਭਗਤੀ ਕਰਕੇ ਆਪ ਜੀ ਦੇ ਗੁਣ ਗਾਉਂਦਾ ਹਾਂ। ਤੇ ਸਾਧ ਸੰਗਤ ਜੀ, ਜਿੱਥੇ ਸੱਚਾ ਪ੍ਰੇਮ ਹੈ ਉੱਥੇ ਬਰਕਤਾਂ ਪੈਂਦੀਆਂ ਨੇ, ਉੱਥੇ ਫਿਰ ਦਰਸ਼ਨ ਦੀਦਾਰੇ ਹੁੰਦੇ ਨੇ, ਅੰਦਰੋਂ ਪ੍ਰਾਪਤੀ ਹੁੰਦੀ ਹੈ। ਸਾਚੀ ਪ੍ਰੀਤ ਹਮ ਤੁਮਸਿਓ ਜੋਰੀ, ਤੁਮਸਿਓ ਜੋਰ ਅਵਰ ਸੰਗ ਤੋਰੀ। ਕਿ ਭਾਈ ਜਦੋਂ ਅਸੀਂ ਆਪਣੇ ਅੰਦਰ ਬੈਠੇ ਸੱਚ ਦੇ ਨਾਲ ਸੱਚੀ ਪ੍ਰੀਤ ਲਾ ਲੈਂਦੇ ਆ ਤਾਂ ਸਾਧ ਸੰਗਤ ਜੀ ਸੱਚ ਹੈ ਕਿ ਉਹ ਪਰਮ ਪਿਤਾ ਪ੍ਰਮਾਤਮਾ ਦੀ ਪ੍ਰਾਪਤੀ ਜ਼ਰੂਰ ਹੁੰਦੀ ਹੈ। ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੀਨਰ ਦੋ ਜਗ ਜਾਏਂਗੇ ਸਤ ਭਾਖੇ ਰਵਿਦਾਸ। ਇਹ ਸ਼ਲੋਕ ਅਸੀਂ ਹਰ ਰੋਜ਼ ਪੜ੍ਹਦੇ ਹਾਂ ਸਾਧ ਸੰਗਤ ਜੀ, ਤੇ ਇਹ ਇੰਨਾ ਡੂੰਘਾ ਸ਼ਲੋਕ ਹੈ ਸਾਧ ਸੰਗਤ ਜੀ, ਇੰਨਾ ਗਹਿਰਾ ਹੈ ਕਿ ਇਸ ਦੇ ਅਰਥ ਨੂੰ ਪਤਾ ਨਹੀਂ ਕਿੰਨੇ ਕੁ ਦਿਨ ਲੱਗ ਜਾਣ। ਤੇ ਜੇ ਅਸੀਂ ਇਸ ਸ਼ਲੋਕ ਦੇ ਅਰਥ ਨੂੰ ਸਮਝ ਲੈਂਦੇ ਹਾਂ ਤਾਂ ਸਾਡਾ ਜੀਵਨ ਇੱਥੇ ਹੀ ਸਫਲ ਹੋ ਜਾਂਦਾ ਹੈ। ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ। ਕਿ ਭਾਈ ਅਸੀਂ ਆਪਣੇ ਸਰੀਰ ਦੇ ਅੰਦਰ ਬੈਠੇ ਹੀਰੇ ਵਰਗੇ ਪ੍ਰਮਾਤਮਾ ਨੂੰ ਛੱਡ ਕੇ ਜਦੋਂ ਅਸੀਂ ਇੱਧਰ ਉੱਧਰ ਭਟਕਦੇ ਨਾ ਸਾਧ ਸੰਗਤ ਜੀ, ਸਤਿਗੁਰੂ ਜੀ ਫਰਮਾਉਂਦੇ ਭਾਈ ਐਸੇ ਜੀਵ ਜੇ ਨਰਕਾਂ ਦੇ ਭਾਗੀ ਬਣਦੇ ਨੇ। ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ ਸਤ ਭਾਖੈ ਰਵਿਦਾਸ। ਕਿ ਭਾਈ ਐਸੇ ਜੀਵ ਨਰਕਾਂ ਦੇ ਭਾਗੀ ਬਣਦੇ ਨੇ। ਸੋ ਆਓ ਸਾਧ ਸੰਗਤ ਜੀ, ਅੱਜ ਬੜੇ ਹੀ ਪਾਵਨ ਪਵਿੱਤਰ ਸ਼ਬਦ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਹੇ ਜੀਵ ਤੂੰ ਖੂਹ ਦਾ ਡੱਡੂ ਬਣ ਕੇ ਨਾ ਰਹਿ। ਇਹ ਜੋ ਸੰਤ ਨੇ ਨਾ ਸਾਧ ਸੰਗਤ ਜੀ, ਹੰਸ ਬਣ ਕੇ ਆਉਂਦੇ ਨੇ ਸਾਨੂੰ ਜਗਾਉਣ ਵਾਸਤੇ। ਕਿਆ ਤੂੰ ਸੋਇਆ ਜਾਗ ਏ ਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਕਿ ਭਾਈ ਤੂੰ ਮੋਹ ਮਾਇਆ ਦੀ ਨੀਂਦ ਦੇ ਵਿੱਚ ਕਿੱਥੇ ਸੁੱਤਾ ਪਿਆ, ਉੱਠ ਸੱਚ ਦੇ ਮਾਰਗ ਤੇ ਚੱਲ। ਐਸਾ ਸੱਚ ਦਾ ਮਾਰਗ ਸਾਧ ਸੰਗਤ ਜੀ ਜਿਵੇਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਚੱਲੇ ਨੇ। ਉਹਨਾਂ ਨੇ ਆਪਣਾ ਜੀਵਨ ਸਵਾਰਿਆ ਤੇ ਫਿਰ ਦੇਖੋ ਕਰੋੜਾਂ ਲੋਕਾਂ ਦਾ ਜੀਵਨ ਸਵਾਰ ਗਏ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਪਹਿਲਾਂ ਆਪ ਗਿਆਨ ਦੀ ਪ੍ਰਾਪਤੀ ਕੀਤੀ, ਫਿਰ ਕਿੰਨੇ ਅਨੇਕਾਂ ਜੀਵਾਂ ਨੇ ਉਹਨਾਂ ਤੋਂ ਗਿਆਨ ਲਿਆ। ਤੇ ਸਾਧ ਸੰਗਤ ਜੀ, ਬਹੁਤ ਵੱਡੀ ਗੱਲ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮੇਂ ਦੇ ਵਿਸ਼ਵ ਗੁਰੂ ਹੋਏ ਨੇ। ਇਸ ਲਈ ਅਸੀਂ ਉਹਨਾਂ ਨੂੰ ਜਗਤ ਗੁਰੂ ਕਹਿੰਦੇ ਹਾਂ। ਸਮੇਂ ਦੇ 52 ਰਾਜੇ ਰਾਣੀਆਂ ਨੇ ਸਤਿਗੁਰਾਂ ਨੂੰ ਆਪਣਾ ਗੁਰੂ ਬਣਾਇਆ ਸੀ, ਤੇ ਉਸ ਵੇਲੇ ਉਹਨਾਂ ਨੂੰ ਉਪਾਧੀ ਦਿੱਤੀ ਗਈ ਸੀ ਵਿਸ਼ਵ ਗੁਰੂ। ਇਸ ਲਈ ਅੱਜ ਅਸੀਂ ਸਤਿਗੁਰਾਂ ਨੂੰ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਹਾਂ। ਤਾਂ ਭਾਈ ਜਦੋਂ ਕਿਸੇ ਨੂੰ ਗੁਰੂ ਬਣਾਇਆ ਜਾਵੇ, ਕੁਛ ਸੱਚ ਦਾ ਮਾਰਗ ਹੀ ਉਹਨਾਂ ਨੇ ਚੁਣਿਆ ਹੁੰਦਾ ਹੈ। ਜਦੋਂ ਇੰਨੀ ਮਾਤਰਾ ਦੇ ਵਿੱਚ ਲੋਕ ਗੁਰੂ ਬਣਾਉਂਦੇ ਨੇ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਸਤਿਗੁਰਾਂ ਦੀ ਜਿੱਥੇ ਬਾਣੀ ਆਉਂਦੀ ਹੈ ਸਾਧ ਸੰਗਤ ਜੀ, ਅੱਗੇ ਸ਼੍ਰੀ ਲਿਖਿਆ ਹੋਇਆ ਤੇ ਪਿੱਛੇ ਜੀ। ਬਾਣੀ ਸ਼੍ਰੀ ਰਵਿਦਾਸ ਜੀਓ ਕੀ। ਇਸ ਲਈ ਮੈਂ ਕਹਿੰਦਾ, ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਅਸੀਂ ਬੜੇ ਕਰਮਾਂ ਵਾਲੇ ਹਾਂ ਕਿ ਗੁਰੂਆਂ ਦੇ ਗੁਰੂ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗੇ ਸਾਨੂੰ ਗੁਰੂ ਮਿਲੇ ਨੇ। ਐਸੇ ਗੁਰੂ ਨੇ
ਸੋ ਆਓ ਸਾਧ ਸੰਗਤ ਜੀ, ਉਹਨਾਂ ਦੇ ਦਿਖਾਏ ਮਾਰਗ ਤੇ ਚੱਲ ਕੇ ਅਸੀਂ ਆਪਣਾ ਜੀਵਨ ਸਫਲ ਕਰੀਏ। ਸਭ ਤੋਂ ਪਹਿਲਾਂ ਆਪ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਤੋਂ ਬਚੀਏ, ਆਪਣੇ ਬੱਚਿਆਂ ਨੂੰ ਵਹਿਮਾਂ ਭਰਮਾਂ ਪਖੰਡਾਂ ਤੋਂ ਬਚਾਈਏ, ਆਪਣੇ ਅੰਦਰ ਬੈਠੇ ਸੱਚ ਦੇ ਨਾਲ ਜੁੜੀਏ। ਸਾਧ ਸੰਗਤ ਜੀ, ਕਹਿ ਰਵਿਦਾਸ ਹਾਥ ਪੈਨੇ ਰਹਿ ਸਹਿਜੈ ਹੋਏ ਸੋ ਹੋਏ, ਕਿ ਭਾਈ ਜਿਸ ਪ੍ਰਮਾਤਮਾ ਨੂੰ ਤੂੰ ਸੈਂਕੜੇ ਕਿਲੋਮੀਟਰ ਦੂਰ ਲੱਭਣ ਜਾਂਦਾ ਆ, ਉਹ ਤਾਂ ਤੇਰੇ ਹੱਥ ਤੋਂ ਵੀ ਨੇੜੇ ਬੈਠਾ ਆ। ਤੇ ਸਤਿਗੁਰਾਂ ਨੇ ਸਾਨੂੰ ਰਸਤਾ ਵੀ ਦੱਸਿਆ, ਮਿਲੇਗਾ ਕਿਵੇਂ? ਭਾਈ ਹੱਥਾਂ ਨਾਲ ਕਿਰਤ ਕਰੋ, ਜੀਵਾਂ ਨਾਲ ਪ੍ਰਮਾਤਮਾ ਦਾ ਸਿਮਰਨ ਕਰੋ। ਤੇ ਫਿਰ ਸਾਨੂੰ ਕੋਈ ਸਾਧ ਸੰਗਤ ਜੀ ਤੋੜੂ ਨਾ ਪਾਤੀ ਪੂਜੂ ਨਾ ਦੇਵਾ, ਸਹਿਜ ਸਮਾਧ ਕਰੂ ਹਰ ਸੇਵਾ। ਫਿਰ ਸਾਨੂੰ ਕੋਈ ਫਲ ਬੂਟੇ ਕੋਈ ਫੁੱਲ ਚੜਾਉਣ ਦੀ ਕੋਈ ਲੋੜ ਨਹੀਂ ਜੀ ਪੈਂਦੀ। ਧੂਪ ਦੀਪ ਨਵੇਦੇ ਹੀ ਬਾਸਾ, ਕੈਸੇ ਪੂਜ ਕਰੇ ਤੇਰੀ ਦਾਸਾ। ਦੁੱਧ ਤੈ ਬਚਰੈ ਥਨੈ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਤੇ ਸਤਿਗੁਰਾਂ ਨੇ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਵਿੱਚ ਅਨੇਕਾਂ ਵਾਰ ਸਾਨੂੰ ਸਮਝਾਇਆ ਸਾਧ ਸੰਗਤ ਜੀ, ਕਿ ਭਾਈ ਦੁੱਧ ਫੁੱਲ ਧੂਪ ਅਗਰਬੱਤੀ ਜੋਤ ਜਗਾਉਣ ਨਾਲ ਸੱਚ ਦੀ ਪ੍ਰਾਪਤੀ ਨਹੀਂ ਜੀ ਹੋਣੀ। ਸਾਨੂੰ ਸੱਚ ਦਾ ਗਿਆਨ ਪ੍ਰਾਪਤ ਹੋਣਾ ਹੈ ਜਦੋਂ ਅਸੀਂ ਗੁਰਾਂ ਦੀ ਗੁਰਬਾਣੀ ਪੜਾਂਗੇ, ਜਦੋਂ ਅਸੀਂ ਸੋਹੰਗ ਸਤਨਾਮ ਦਾ ਜਾਪ ਕਰਕੇ ਆਪਣੇ ਅੰਦਰੋਂ ਸੱਚ ਦੀ ਖੋਜ ਕਰਾਂਗੇ। ਸਾਧ ਸੰਗਤ ਜੀ, ਕਿਉਂਕਿ ਸਰੀਰ ਦੇ ਵਿੱਚ ਬਹੁਤ ਕੁਝ ਹੈ, ਐਸੇ ਸਰੀਰ ਦੇ ਵਿੱਚ ਹੀ ਪ੍ਰਮਾਤਮਾ ਬੈਠਾ ਹੈ। ਇਸੇ ਸਰੀਰ ਦੇ ਵਿੱਚ ਹੀ ਦੁਨੀਆ ਦੇ ਬਹੁਤ ਵੱਡੇ ਵੱਡੇ ਜੋ ਆਈਡੀਆਜ਼ ਨੇ ਸਾਧ ਸੰਗਤ ਜੀ, ਵਿਚਾਰ ਇੱਥੋਂ ਹੀ ਪੈਦਾ ਹੁੰਦੇ ਨੇ, ਇਸ ਸਰੀਰ ਦੇ ਵਿੱਚੋਂ। ਸੋ ਭਾਈ ਬੜੇ ਕਰਮਾਂ ਵਾਲਿਆਂ ਕਹਿੰਦੇ ਮਹਾਨ ਰਹਿਬਰ ਸਾਨੂੰ ਮਿਲੇ ਨੇ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ, ਜਿਨ੍ਹਾਂ ਨੇ ਸਾਨੂੰ ਤਿੰਨ ਉਪਦੇਸ਼ ਬਖਸ਼ੇ। ਪੜੋ, ਜੁੜੋ, ਸੰਘਰਸ਼ ਕਰੋ। ਇਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਫਰਮਾਇਆ ਸੀ, ਪੜੋ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ, ਰਵਿਦਾਸ ਕਹੈ ਬਿਨ ਵਿਦਿਆ ਨਰਕੋ ਜਾਨ ਅਜਾਨ। ਕਿ ਭਾਈ ਸਿੱਖਿਆ ਤੋਂ ਬਗੈਰ ਅਸੀਂ ਕੁਝ ਵੀ ਨਹੀਂ ਆ। ਇਹ ਸਿੱਖਿਆ ਤੋਂ ਬਗੈਰ ਇਹ ਜੋ ਲੋਕ ਨੇ ਅਗਿਆਨੀ ਰਹਿੰਦੇ ਨੇ। ਸਤਿਗੁਰੂ ਜੀ ਫਰਮਾਉਂਦੇ ਭਾਈ ਆਪਣੇ ਬੱਚਿਆਂ ਨੂੰ ਖੂਬ ਪੜਾਓ, ਮਾਧੋ ਅਵਿਦਿਆ ਹਿਤ ਕੀਨ। ਬਾਬਾ ਸਾਹਿਬ ਨੇ ਵੀ ਇਹ ਫਰਮਾਇਆ ਸੀ, ਭਾਈ ਆਪਣੇ ਬੱਚਿਆਂ ਨੂੰ ਪੜੋ, ਆਪ ਪੜੋ, ਉਹਨਾਂ ਨੂੰ ਪੜਾਓ, ਅੱਛੇ ਅੱਛੇ ਸਕੂਲਾਂ ਕਾਲਜਾਂ ਦੇ ਵਿੱਚ ਭੇਜੋ, ਤਾਂ ਜੋ ਇਹ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਵੱਡੇ ਵੱਡੇ ਅਹੁਦਿਆਂ ਤੇ ਜਾ ਸਕਣ। ਪਰ ਨਾਲ ਨਾਲ ਅਸੀਂ ਕੱਲਾ ਸਕੂਲਾਂ ਕਾਲਜਾਂ ਦੀ ਪੜ੍ਹਾਈ ਨਹੀਂ ਕਰਾਣੀ, ਨਾਲ ਗੁਰਬਾਣੀ ਦੀ ਪੜ੍ਹਾਈ ਵੀ ਕਰਾਣੀ ਹੈ ਸਾਧ ਸੰਗਤ ਜੀ, ਤਾਂ ਜੋ ਕਿਤੇ ਇਹ ਨਾ ਹੋਵੇ ਸਾਡੇ ਜੋ ਬੱਚੇ ਨੇ ਉਹ ਮਾਨਸਿਕ ਤੌਰ ਤੇ ਗੁਲਾਮ ਰਹਿ ਜਾਣ। ਕਿਉਂਕਿ ਜੋ ਕ੍ਰਾਂਤੀਕਾਰੀ ਬਾਣੀ ਹੈ ਇਹ ਸਾਨੂੰ ਵਹਿਮਾਂ ਭਰਮਾਂ ਦਾ ਨਾਸ਼ ਕਰਕੇ ਬਹੁਤਾ ਕੁਝ ਸਿਖਾਉਂਦੀ ਹੈ ਸਾਧ ਸੰਗਤ ਜੀ। ਜੀਵਨ ਸੱਚ ਕਰਨਾ ਕਿਵੇਂ ਹੈ। ਐਸੇ ਜੀਵ ਵੀ ਨੇ ਸਾਧ ਸੰਗਤ ਜੀ ਜੋ ਬੜੇ ਅੱਛੇ ਪੜ੍ਹੇ ਲਿਖੇ ਨੇ, ਪਰ ਅਡੰਬਰਾਂ ਪਖੰਡਾਂ ਵਹਿਮਾਂ ਭਰਮਾਂ ਦੇ ਸ਼ਿਕਾਰ ਨੇ। ਇਸ ਲਈ ਅਸੀਂ ਦੋਨੇ ਸਿੱਖਿਆਵਾਂ ਦੇਣੀਆਂ ਨੇ। ਅਸੀਂ ਸਕੂਲਾਂ ਕਾਲਜਾਂ ਦੀ ਪੜ੍ਹਾਈ ਵੀ ਕਰਾਣੀ ਹੈ, ਅਸੀਂ ਗੁਰਬਾਣੀ ਦਾ ਗਿਆਨ ਵੀ ਦੇਣਾ ਹੈ। ਅੱਗੇ ਬਾਬਾ ਸਾਹਿਬ ਨੇ ਫਰਮਾਇਆ ਸੀ, ਜੁੜੋ। ਸਤਿਗੁਰੂ ਜੀ ਫਰਮਾਉਂਦੇ ਨੇ, ਸਤਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂ ਮਖੀਰਾ, ਕਿ ਭਾਈ ਆਪਸ ਦੇ ਵਿੱਚ ਰਲ ਮਿਲ ਕੇ ਰਹੋ, ਸੱਚ ਦੇ ਨਾਲ ਇਸ ਤਰ੍ਹਾਂ ਜੁੜ ਕੇ ਰਹੋ ਜਿਵੇਂ ਮਧੂ ਮੱਖੀਆਂ ਜੁੜ ਕੇ ਰਹਿੰਦੀਆਂ ਨੇ। ਤੇ ਸਾਧ ਸੰਗਤ ਜੀ ਏਕੇ ਦੇ ਵਿੱਚ ਬੜਾ ਹੀ ਬਲ ਹੁੰਦਾ ਆ, ਤੇ ਜਿਨ੍ਹਾਂ ਦਾ ਏਕਾ ਹੁੰਦਾ ਹੈ ਸਰਕਾਰਾਂ ਵੀ ਉਹਨਾਂ ਦੀ ਹੁੰਦੀਆਂ ਨੇ, ਜਿਨ੍ਹਾਂ ਦਾ ਏਕਾ ਹੁੰਦਾ ਸਾਧ ਸੰਗਤ ਜੀ ਰਾਜ ਵੀ ਉਹਨਾਂ ਦਾ ਹੀ ਹੁੰਦਾ ਆ। ਤੇ ਤੀਸਰਾ ਜੋ ਉਪਦੇਸ਼ ਬਾਬਾ ਸਾਹਿਬ ਨੇ ਬਖਸ਼ਿਆ ਸੀ, ਸੰਘਰਸ਼ ਕਰੋ। ਸਤਿਗੁਰੂ ਜੀ ਫਰਮਾਉਂਦੇ ਨੇ, ਪ੍ਰਾਦੀਨਤਾ ਪਾਪ ਹੈ ਜਾਣ ਲਿਓ ਰਹਿ ਮੀਤ, ਰਵਿਦਾਸ ਦਾਸ ਪ੍ਰਾਦੀਨ ਸੋ ਕੌਣ ਕਰੈ ਹੈ ਪ੍ਰੀਤ। ਕਿ ਭਾਈ ਗੁਲਾਮਾਂ ਨਾਲ ਕੋਈ ਪਿਆਰ ਨਹੀਂ ਜੀ ਕਰਦਾ। ਸਾਧ ਸੰਗਤ ਜੀ ਗੁਲਾਮੀ ਭਾਵੇਂ ਮਾਨਸਿਕ ਹੋਵੇ ਭਾਵੇਂ ਸਰੀਰਕ ਹੋਵੇ, ਹਰ ਪ੍ਰਕਾਰ ਦੀ ਗੁਲਾਮੀ ਮਾੜੀ ਹੁੰਦੀ ਹੈ। ਤੇ ਇਸ ਗੁਲਾਮੀ ਤੋਂ ਬਾਹਰ ਆਉਣ ਵਾਸਤੇ ਅਸੀਂ ਸੰਘਰਸ਼ ਕਰਨਾ। ਜਦੋਂ ਸੰਘਰਸ਼ ਕਾਮਯਾਬ ਹੋ ਗਿਆ ਫਿਰ ਅਸੀਂ ਸਭ ਦਾ ਭਲਾ ਮੰਗਣਾ ਹੈ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸੰਬਸੈ ਰਵਿਦਾਸ ਰਹਿ ਪ੍ਰਸੰਨ, ਪਰ ਕਾ ਬੁਰਾ ਨ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਉਮੀਦ। ਕਿ ਭਾਈ ਸਭ ਦਾ ਭਲਾ ਮੰਗਿਆ ਕਰ। ਤੇ ਸਾਧ ਸੰਗਤ ਜੀ ਬਹੁਤ ਵੱਡੀ ਸੱਚਾਈ ਹੈ, ਜੋ ਇਨਸਾਨ ਹਰ ਕਿਸੇ ਦਾ ਭਲਾ ਮੰਗਦਾ ਹੈ ਨਾ, ਪ੍ਰਮਾਤਮਾ ਸਭ ਤੋਂ ਪਹਿਲਾਂ ਉਸੇ ਦਾ ਹੀ ਭਲਾ ਕਰਦਾ ਹੈ। ਸੋ ਆਓ ਗੁਰੂ ਵਾਲੇ ਬਣੋ, ਗੁਰਬਾਣੀ ਪੜੋ। ਸਾਧ ਸੰਗਤ ਜੀ ਹੱਥਾਂ ਨਾਲ ਇਮਾਨਦਾਰੀ ਦੀ ਰੋਟੀ ਕਮਾਓ ਤੇ ਜੀਬਾਂ ਨਾਲ ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰੋ। ਉਹ ਸਾਰੀ ਦੁਨੀਆ ਦਾ ਮਾਲਕ ਸਾਨੂੰ ਆਪਣੇ ਸਰੀਰ ਦੇ ਵਿੱਚ ਮਿਲ ਜਾਵੇਗਾ। ਸੋ ਇੰਨੀਆਂ ਕ ਬੇਨਤੀਆਂ ਸਾਧ ਸੰਗਤ ਜੀ ਅੱਜ ਦੀਆਂ ਪ੍ਰਵਾਨ ਕਰਨਾ। ਹੋਈਆਂ ਭੁੱਲਾਂ ਚੁੱਕਾਂ ਦੀਆਂ क्षमा, ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਭਾਰ, ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ। ਸ਼ਲੋਕ ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ, ਤੇ ਨਰ ਦੋਜਕ ਜਾਹਿੰਗੇ ਸਤ ਪਾਖੈ ਰਵਿਦਾਸ।
ਤੇ ਨਰ ਦੋਜਕ ਜਾਹਿੰਗੇ, ਸਤ ਪਾਖੈ ਰਵਿਦਾਸ। ਜੋ ਬੋਲੇ ਸੋ ਨਿਰਭੈ, ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ ਧੰਨ ਗੁਰਦੇਵ। ਸਤਨਾਮ ਸਤਨਾਮ ਸੋਹੰ, ਸਤਨਾਮ ਸਤਨਾਮ।